students, I'm Mrs. Poonam and welcome to your all English channel PMG class. If you not subscribe this channel, please subscribe, like and share it. Now let's start our study. Today my topic is Razia the Tigress, that is a poem written by K.K.M. Daruwala, and this poem is for class 10th, taken from main course book prescribed by PSCB. Starting the poem, let me tell you about the poem. About the poet. Poet is K.K.M. Daruwala. K.K.M. Daruwala, which is a Indian poet. An Indian poet है, ਭਾਰਤ ਦਾ ਕਵੀ ਹੈ। Born in Lahore, ਜਿਹੜਾ ਕਿ ਲਾਹੌਰ ਦੇ ਵਿੱਚ ਪੈਦਾ ਹੋਇਆ 1937 ਦੇ ਵਿੱਚ। ਉਦੋਂ ਭਾਰਤ ਇਕੱਠਾ ਹੀ ਸੀ ਨਾ, ਠੀਕ ਹੈ। Then so educated at Government College ਲੁਧਿਆਣਾ। ਬੜੀ ਖੁਸ਼ੀ ਦੀ ਗੱਲ ਹੈ ਕਿ ਆਪਣਾ ਜਿਹੜਾ ਇੰਡੀਅਨ ਪੋਇਟ ਹੈ K.K.M. ਦਾਰੂਵਾਲਾ, ਉਹਦੀ ਕਵਿਤਾ ਆਪਣੀ ਸਿਲੇਬਸ ਦੇ ਵਿੱਚ ਹੈਗੀ ਹੈ। ਤੇ ਇਹ ਕਿੱਥੇ ਪੜ੍ਹਿਆ ਹੈ? ਗਵਰਨਮੈਂਟ ਕਾਲਜ ਸਰਕਾਰੀ ਕਾਲਜ ਦੇ ਵਿੱਚ ਪੜ੍ਹਿਆ ਲੁਧਿਆਣੇ ਦੇ, ਠੀਕ ਹੈ। ਵਿਨਰ ਆਫ ਸਾਹਿਤਯ ਅਕੈਡਮੀ ਅਵਾਰਡ ਐਂਡ ਕਾਮਨਵੈਲਥ ਪੋਇਟਰੀ ਅਵਾਰਡ। ਇਹ ਬੇਟਾ ਅਵਾਰਡ ਨੇ, ਇਨਾਮ ਨੇ, ਠੀਕ ਹੈ, ਤਮਗੇ ਉਹਨਾਂ ਦੇ ਨਾਮ ਰੱਖੇ ਹੋਏ ਨੇ। ਇਹ ਉਹਨਾਂ ਕੀ ਹੈ, ਵਿਜੇਤਾ ਰਿਹਾ ਹੈਗਾ, ਠੀਕ ਹੈ। ਇਹਨਾਂ ਅਵਾਰਡ ਦਾ ਕਿਹੜੇ ਸਾਹਿਤਯ ਅਕੈਡਮੀ ਅਵਾਰਡ ਮਿਲਿਆ ਇਹਨੂੰ ਐਂਡ ਕਾਮਨਵੈਲਥ poetry award मिले। Now let us read the poem. Firstly, before reading the poem, I tell you its a summary. हाँ जी, ਤੁਹਾਨੂੰ ਸ਼ਾਰਟ ਸਟੋਰੀ ਸਮਝਾਉਣ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਇਹ ਪੋਇਮ ਸਾਨੂੰ ਮੈਸੇਜ ਕੀ ਦੇਣਾ ਚਾਹੁੰਦੀ ਹੈ। ਇਹ ਪੋਇਮ ਸਾਨੂੰ ਮੈਸੇਜ ਦੇਣਾ ਚਾਹੁੰਦੀ ਹੈਗੀ ਕਿ ਸਾਨੂੰ ਮਨੁੱਖ ਨੂੰ ਕਿ ਇੰਨਾ ਸੈਲਫਿਸ਼ ਨਹੀਂ ਹੋਣਾ ਚਾਹੀਦਾ ਕਿ ਉਹ ਦੂਸਰੇ ਜੀਵਾਂ ਦਾ ਨੁਕਸਾਨ ਕਰੇ, ਠੀਕ ਹੈ। ਮਨੁੱਖ ਨੂੰ ਆਪਣੇ ਫਾਇਦੇ ਦੇ ਲਈ ਦੂਸਰੇ ਜੀਵਾਂ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ। ਉਸਨੂੰ ਜੰਗਲੀ ਜੀਵਨ ਦੇ ਲਈ ਖਤਰਾ ਨਹੀਂ ਬਣਨਾ ਚਾਹੀਦਾ। ਜੰਗਲੀ ਜੀਵਨ ਨੂੰ ਬਚਾਉਣਾ ਚਾਹੀਦਾ ਹੈ, ਠੀਕ ਹੈ। ਸਾਡੇ ਵਾਤਾਵਰਨ ਨੂੰ ਬਚਾਉਣਾ ਚਾਹੀਦਾ ਹੈ, ਠੀਕ ਹੈ। ਮਨੁੱਖ ਆਪਣੇ ਫਾਇਦੇ ਦੇ ਲਈ ਸਾਰਾ ਜਿਹੜਾ ਜੰਗਲੀ ਜੀਵਨ ਹੈ ਉਹ ਨਸ਼ਟ ਕਰਦਾ ਆ ਰਿਹਾ, ਠੀਕ ਹੈ। ਤੇ ਬਲਕਿ ਉਸਨੂੰ ਜੰਗਲੀ ਜੀਵਨ ਦੇ ਲਈ ਖਤਰਾ ਬਣਨ ਦੀ ਬਜਾਏ ਉਸਨੂੰ ਕੀ ਕਰਨੀ ਚਾਹੀਦੀ ਹੈ, ਉਸਦੀ ਸੁਰੱਖਿਆ ਕਰਨੀ ਚਾਹੀਦੀ ਹੈ, ਉਸਨੂੰ ਬਚਾਉਣਾ ਚਾਹੀਦਾ ਹੈ, ਠੀਕ ਹੈ। ਜੇ ਜੰਗਲੀ ਜਾਨਵਰ ਜੰਗਲੀ ਜੀਵਨ ਸੁਰੱਖਿਅਤ ਹੈ, ਵਾਤਾਵਰਨ ਸੁਰੱਖਿਅਤ ਹੈ, ਠੀਕ ਹੈ, ਤੇ ਫਿਰ ਕੀ ਹੈ, ਆਪਾਂ ਵੀ ਕੀ ਆ, ਸੁਰੱਖਿਅਤ ਆ, ਠੀਕ ਹੈ। ਤੇ ਹੁਣ ਇਸ ਪੋਇਮ ਦੇ ਇਹ ਜਿਹੜਾ ਮੈਸੇਜ ਆਪਾਂ ਇਸ ਪੋਇਮ ਦੇ ਥਰੂ ਸਮਝਾਂਗੇ। ਹੁਣ ਇਸ ਪੋਇਮ ਦੇ ਵਿੱਚ ਕੀ ਹੈ, ਜਿਹੜੀ ਰਜ਼ੀਆ ਹੈ ਇੱਕ ਫੀਮੇਲ ਟਾਈਗਰ ਹੈ, ਠੀਕ ਹੈ। ਤੇ ਸ਼ੇਰੂ ਇੱਕ ਮੇਲ ਟਾਈਗਰ ਹੈ। ਸ਼ੇਰੂ ਕੌਣ ਹੁੰਦਾ ਹੈ? ਰਜ਼ੀਆ ਦਾ ਹਸਬੈਂਡ ਹੁੰਦਾ ਹੈ, ਠੀਕ ਹੈ। ਤੇ ਇਹਨਾਂ ਦੇ ਕੀ ਹੈ, 2 ਬੱਚੇ ਹੁੰਦੇ ਨੇ। ਸ਼ੇਰੂ ਐਂਡ ਰਜ਼ੀਆ ਹੈਵ 2 ਕਾਬਸ, ਜਿਨ੍ਹਾਂ ਦੇ ਹਲੇ ਕੀ ਨਾਮ ਨਹੀਂ ਰੱਖੇ ਹੁੰਦੇ ਹੈਗੇ। ਤੇ ਇਸ ਪੋਇਮ ਦੇ ਵਿੱਚ ਰਜ਼ੀਆ ਦੀ ਫੈਮਿਲੀ ਬਾਰੇ ਦੱਸਿਆ ਗਿਆ ਸਾਨੂੰ, ਠੀਕ ਹੈ। ਰਜ਼ੀਆ ਦਾ ਸ਼ੇਰੂ ਬਾਰੇ ਦੱਸਿਆ ਗਿਆ ਕਿ ਸ਼ੇਰੂ ਕਿਸ ਤਰ੍ਹਾਂ ਦਾ ਹੈਗਾ ਸੀਗਾ, ਠੀਕ ਹੈ। ਤੇ ਇੱਕ ਹੋਰ ਗੱਲ ਦੱਸੀ ਹੈ ਜਿਹੜੀ ਉਹ ਮੇਨ ਗੱਲ ਹੈਗੀ ਹੈ, ਰਜ਼ੀਆ ਦਾ ਡਰ। ਕਿ ਰਜ਼ੀਆ ਸ਼ੇਰੂ ਹੈ ਜਿਹੜਾ ਉਹ ਕਿਤੇ ਚਲਾ ਜਾਂਦਾ ਹੈਗਾ। ਸ਼ੇਰੂ ਦੇ ਚਲੇ ਜਾਣ ਤੋਂ ਬਾਅਦ ਰਜ਼ੀਆ ਦੇ ਮਨ ਦੇ ਵਿੱਚ ਕੀ ਹੈ, ਡਰ ਪੈਦਾ ਹੋ ਜਾਂਦਾ ਹੈਗਾ ਕਿ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਕਿਵੇਂ ਸ਼ਿਕਾਰ ਤੇ ਜਾਵੇਗੀ, ਠੀਕ ਹੈ। ਜੇ ਉਹ ਸ਼ਿਕਾਰ ਤੇ ਨਾ ਤਾਂ ਉਹ ਉਹਨਾਂ ਨੂੰ ਨਾ ਲੈ ਜਾ ਸਕਦੀ ਹੈ, ਕਿਉਂਕਿ ਸ਼ਿਕਾਰ ਤੇ ਜਾਏਗੀ ਤਾਂ ਵੀ ਉਹਦੇ ਬੱਚਿਆਂ ਨੂੰ ਕੀ ਨੁਕਸਾਨ ਖਤਰਾ ਹੋਏਗਾ, ਠੀਕ ਹੈ। ਜੇ ਛੱਡ ਕੇ ਵੀ ਚਲੀ ਜਾਂਦੀ ਹੈ ਪਿੱਛੋਂ ਤਾਂ ਵੀ ਕੀ ਹੈ, ਉਹਦੇ ਬੱਚਿਆਂ ਨੂੰ ਖਤਰਾ ਹੈ, ਕਿਉਂਕਿ ਉਹਨੂੰ ਡਰ ਹੈ ਕਿ ਕਿਤੇ ਸ਼ਿਕਾਰੀ ਆ ਕੇ ਇਸਦੇ ਬੱਚਿਆਂ ਨੂੰ ਕੀ ਹੈ, ਖਤਮ ਨਾ ਕਰ ਜਾਣ, ਉਸਦੇ ਲਈ ਖਤਰਾ ਨਾ ਬਣ ਜਾਣ। ਉਸਨੂੰ ਇਹੀ ਡਰ ਕੀ ਹੈ, ਸਤਾਉਂਦਾ ਰਹਿੰਦਾ ਹੈ, ਠੀਕ ਹੈ। ਇਹ ਪੋਇਮ ਇਸ ਬੇਸ ਤੇ ਹੀ ਆਧਾਰਿਤ ਹੈ ਕਿ ਸਾਨੂੰ ਜੰਗਲੀ ਜੀਵਾਂ ਨੂੰ ਨਸ਼ਟ ਨਹੀਂ ਕਰਨਾ ਚਾਹੀਦਾ। Let us start our poem with introduction. Firstly, I introduce you with the poem and then I will explain you all stanzas. The present poem sketches before the reader a world of fast depleting natural resources which is threatening the wildlife around us. मतलब जिहड़ी प्रेजेंट पोइम आप प्रेजेंट पोइम रज़िया द टाइग्रेस कर रहे हैं, ठीक है।
ये की दर्शाती है रीडर के सामने, जो पढ़ रहा इस पोइम नो रीडर वो हुंदा है, ठीक है। की दर्शाती हैगी कि एक ए वर्ड ऑफ फास्ट डिप्लेटिंग नैचुरल रिसोर्सेज, कि कुदरती साधना नू दा खत्म हो रहा जिहड़ा तेजी नाल खत्म हो रहा संसार है उन्हों की है पेश करती है कि विच इज़ थ्रैटनिंग द वाइल्ड लाइफ अराउंड अस साडे आले दुआले जिहड़ा जंगली जीवन है उहदे लई की है ये एक खतरा है, ठीक है। रजिया द टाइग्रेस, रजिया जिहड़ी शेरनी है, इज़ वरीड फॉर हर पार्टनर, कि अपनी वरीड मतलब चिंतित है किहदे लई, फॉर हर पार्टनर अपने पार्टनर दे लई। पार्टनर किनों कहंदे ने, या तो हसबैंड ही हसबैंड हुंदा है हसबैंड वाइफ दे विच, ठीक है। एंड 2 कब्स ते अपने 2 छोटे बच्चों दे लई, हु लाइक मैनी अदर टाइगर कब्स, होर जिहड़े दूसरे शेरां दे बच्चे नेगे उन्हां दी तरह ही आर इन डेंजर ऑफ बीइंग पोच्ड एंड किल्ड, उसे तरह ही की है खतरे दे विच नेगे जिस तरह दूसरे शेरां दे बच्चे खतरे दे विच ने। किहदा खतरा किहदा है, ओह बीइंग पोच्ड एंड किल्ड, कि किते उन्हां दा शिकार ना हो जावे, पोज्ड हुंदा शिकार होना, एंड किल्ड ते ओह मारे ना जान। द पोइम आल्सो शोज हाउ मैन हैज़ यूजर्ड ऑल लैंड, पोइम इवें सानू दिखाती है कि आदमी है जिहड़ा किस तरह सारी जमीन ते कब्जा कर रहा है, एंड हाउ ही हैज़ प्लैंडर्ड हिज नैचुरल सोर्सिस, कि अपने जिहड़े कुदरती साधन नेगे उन्होंने किस तरह की है बर्बाद कर रहा है, ख़त्म कर रहा है। दिस has threatened both the wildlife as well as human life and environment, and this poem है ये इस चीज़ के लिए भी इस चीज़ नू भी दिखाती है कि ये किदे लिए खतरा, थ्रैटन की है खतरा है, ठीक है। किदे लिए बोथ दोवां दे लिए, एक तो जंगली जीवन के लिए भी खतरा है एज वेल एज ह्यूमन लाइफ एंड एनवायरनमेंट, मनुखी जीवन अते वातावरण के लिए भी यही एक खतरा है, ठीक है। Now let us start our stanzas. The tigress Razia lives alone. Tigress शेरनी जिहड़ी रजिया है वो की इकल्ली रहंदी है। Her 2 cubs haven't yet named. Yet मतलब हाले तक ਉਹਦੇ ਜਿਹੜੇ 2 cubs मतलब cubs ਹੁੰਦਾ ਬੱਚੇ शेर ਦੇ ਬੱਚੇ, ठीक है। ਉਹਦੇ ਹਾਲੇ ਜਿਹੜੇ 2 ਬੱਚੇ ਨੇਗੇ ਉਹਨਾਂ ਦਾ ਨਾਮ नहीं रखा गया। शेरू barely played with them, barely बहुत घट, ठीक है। शेरू है जिहड़ा ਉਹ शेरू रजिया का हसबैंड है, वो की है बच्चों के नाल बहुत घट खेड पाया है। एंड नाउ ही हैज़ गॉन, ओ व्हाट अ शेम, ते किन्नी शर्म की गल है कि हुण वो की है किते चला गया। नैक्सट फस्ट समझ आया फस्ट स्टैंजा दे विच बस आपां नूं सिर्फ रजिया की फैमिली बारे दस्सिया गया है, ठीक है। कि एक रजिया कल्ली रहिंदी है, उहदे 2 बच्चे ने जिन्हां दा हाले तक नाम नहीं रखा गया, तो शेरू उहदा हसबैंड बहुत ही घट अपने बच्चों के नाल की खेड पाया है, तो हुण की वो किते चला गया है, तो यह किन्नी शर्म की गल है। नैक्सट स्टैंजा हैगा शेरू वाज एन एक्सपर्ट ऑन विंड्स। हुण इस स्टैंजा दे विच आपां नूं शेरू बारे दस्सिया गया है कि शेरू किहदे विच एक्सपर्ट सी, शेरू बारे की है सारी आपां नूं व्याख्या जिहड़ी वो कीती गई है। शेरू वाज एन एक्सपर्ट मतलब माहिर होना, किहदे विच, ऑन विंड्स हवावां बारे की सी उन्होंने पूरा ज्ञान सीगा। न्यू हाउ दे ट्रावर्सड डेल एंड हिल, वो जानता सीगा ट्रावर्सड ट्रैवल करना, यात्रा करनी, डेल वैली, वो जानता सीगी कि जिहड़ियां ये हवावां ने किस तरह घाटियां नूं पहाड़ियां नूं चीरदियां होइयां की है चलदियां नेगियां। एंड वेयर दे पुट अप फॉर द नाइट, ते वो रात नूं द नाइट रात पुट अप रुकना, ते उन्हें पता सीगा कि वो कित्थे जाके रात नूं रुकदियां ने। वेयर नो लीफ स्टर्ड एंड ऑल वाज स्टील मतलब सब कुछ शांत हुंदा है। नो लीफ स्टर्ड मतलब हिलना, जिथे कोई भी पत्ता नहीं हिल रहा हुंदा ते सब कुछ शांत हुंदा है, उत्थे की है जाके हवावां रुकदियां ने। यह की है शेरू दा कहना सीगा, ठीक है। शेरू ये गल मनदा सीगा। नैक्सट हैगा he knew his winds, their traffic lanes, ਉਹ ਹਵਾਵਾਂ ਬਾਰੇ ਜਾਣਦਾ ਸੀ, their traffic lanes ਉਹਦੇ ਹਵਾਵਾਂ ਦੇ ਰਸਤਿਆਂ ਬਾਰੇ ਜਾਣਦਾ ਸੀਗਾ। he knew the deer
would smell him out, ਉਹ ਜਾਣਦਾ ਸੀ ਕਿ ਉਹ ਹਿਰਨ ਹੈ, ਜੇ ਉਹ ਹਵਾ ਦੇ ਵਿੱਚ ਉੱਡਿਆ, ਠੀਕ ਹੈ, ਹਿਰਨ ਹੈ ਜਿਹੜਾ ਡੀਅਰ ਹਿਰਨ ਕੀ ਹੈ, ਉਹਦੀ ਸਮੈਲ ਨੂੰ ਕੀ ਹੈ ਪਹਿਚਾਨ ਲਵੇਗਾ, would smell him out, ਉਹਨੂੰ ਕੀ ਹੈ ਪਹਿਚਾਨ ਲਵੇਗਾ। if they were downwind, ਜੇ ਉਹ ਹਵਾ ਦੇ ਨਾਲ ਕੀ ਹੈ, ਜੇ ਉਹ ਇੱਕਦਮ ਛਲਾਂਗ ਮਾਰ ਕੇ ਉਹਦੇ ਕੋਲ ਪਹੁੰਚਿਆ, ਹਵਾ ਦੇ ਵਿੱਚ ਉੱਡ ਕੇ ਗਿਆ, ਠੀਕ ਹੈ, ਹਿਰਨ ਦੇ ਕੋਲ, ਤਾਂ ਕੀ ਹੈ ਹਿਰਨ ਹੈ ਜਿਹੜਾ ਉਹਨੂੰ ਪਹਿਚਾਨ ਲਵੇਗਾ, ਸੋ ਹੀ ਤੇ ਉਹਦਾ ਸ਼ਿਕਾਰ ਹੈ ਜਿਹੜਾ ਨਹੀਂ ਕਰ ਪਾਵੇਗਾ। ਸੋ ਹੀ ਵੁੱਡ ਬੈਲੀ ਕ੍ਰॉल ਐਂਡ ਕ੍ਰਾਉਚ, ਇਸ ਕਰਕੇ ਕੀ ਹੈ, ਬੈਲੀ ਹੁੰਦੀ ਆਪਣੀ ਨੀਚੇ ਵਾਲਾ ਹਿੱਸਾ, ਕਮਰ ਤੋਂ ਨੀਚੇ ਵਾਲਾ ਹਿੱਸਾ, ਠੀਕ ਹੈ, ਕ੍ਰॉल ਹੁੰਦਾ ਰੇਂਗਣਾ, ਕ੍ਰਾਉਚ ਘਿਸਟ ਕੇ ਚੱਲਣਾ, ਠੀਕ ਹੈ। ਤੇ ਇਸ ਕਰਕੇ ਉਹ ਕੀ ਕਰਦਾ ਹੈ, ਆਪਣੀ ਬੈਲੀ ਨੀਚੇ ਵਾਲੇ ਹਿੱਸੇ ਨੂੰ ਕੀ ਹੈ ਕ੍ਰॉल, ਜਿਸ ਤਰ੍ਹਾਂ ਰੇਂਗਦੇ ਹੁੰਦੇ ਨੇਗੇ ਹਨਾ, ਰੇਂਗ ਕੇ ਚੱਲਦੇ ਨੇ, ਉਸ ਤਰ੍ਹਾਂ ਕਰ ਲੈਂਦਾ ਹੈ, ਐਂਡ ਕ੍ਰਾਉਚ, ਤੇ ਘਿਸਟ ਕੇ ਚੱਲਣਾ ਕੀ ਹੈ, ਤੇ ਘਿਸਟ ਕੇ ਚੱਲਣਾ ਕੀ ਹੈ ਸ਼ੁਰੂ ਕਰ ਦਿੰਦਾ ਹੈ। ਐਂਡ ਟੇਕ ਏ ਲੌਂਗ ਸਰਕੂਲਰ ਰੂਟ, ਤੇ ਇੱਕ ਵੱਡਾ ਸਾਰਾ ਰਸਤਾ ਹੈ ਜਿਹੜਾ ਤੈਅ ਕਰਦਾ ਹੈ, ਵੱਡੇ ਰਸਤੇ ਰਾਹੀਂ ਕੀ ਹੈ ਉਹ ਹਿਰਨ ਦੇ ਕੋਲ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ। ਹਾਈਡਿੰਗ ਬਿਹਾਈਂਡ ਬੁਸ਼ ਐਂਡ ਸ਼ਰਬ, ਕਿੱਥੋਂ ਛੁਪਾਉਂਦਾ ਹੋਇਆ, ਝਾੜੀਆਂ ਦੇ ਵਿੱਚ, ਝਾੜੀਆਂ ਦੇ ਪਿੱਛੇ ਆਪਣੇ ਆਪ ਨੂੰ ਛੁਪਾਉਂਦਾ ਹੋਇਆ। once he knew his scent won't carry, ਇੱਕ ਵਾਰ ਜੇਕਰ in a flash he would erupt, ਮਤਲਬ ਕਿ ਹਿਰਨ ਇਸ ਤਰ੍ਹਾਂ ਕੀ ਹੈ, ਹਿਰਨ ਹੈ ਜਿਹੜੀ ਉਹਦੀ ਸਮੈਲ ਨਹੀਂ ਲੈ ਪਾਵੇਗਾ, ਠੀਕ ਹੈ, ਜੇਕਰ ਉਹ ਘਿਸਟ ਕੇ ਲੰਬੇ ਰੂਟ ਦੁਆਰਾ, ਠੀਕ ਹੈ, ਆਪਣੇ ਆਪ ਨੂੰ ਛੁਪਾਉਂਦਾ ਹੋਇਆ ਹਿਰਨ ਦੇ ਕੋਲ ਪਹੁੰਚ ਗਿਆ, ਠੀਕ ਹੈ, ਤਾਂ ਕੀ ਹੈ ਉਹਦੀ ਸਮੈਲ, ਹਿਰਨ ਉਹਦੀ ਸਮੈਲ ਨੂੰ ਨਹੀਂ ਸੁੰਘ ਪਾਵੇਗਾ ਤੇ ਉਹ ਕੀ ਹੈ ਉਹਦਾ ਸ਼ਿਕਾਰ ਕਰ ਲਵੇਗਾ। ਇਸ ਕਰਕੇ ਉਹ ਲੰਬਾ ਰੂਟ ਅਪਣਾਉਂਦਾ ਹੈ, ਘਿਸਟ ਕੇ ਚੱਲਦਾ ਹੈ, ਠੀਕ ਹੈ, ਕਿਉਂਕਿ ਜੇ ਉਹ ਹਵਾ ਦੇ ਵਿੱਚੋਂ ਇੱਕਦਮ ਉਹਦਾ ਸ਼ਿਕਾਰ ਕਰਨ ਜਾਂਦਾ, ਠੀਕ ਹੈ, ਤਾਂ ਹਵਾ ਦੇ ਵਿੱਚ ਉਹਦੀ ਸੁਗੰਧ ਸੀ ਜਿਹੜੀ ਮਿਲ ਜਾਂਦੀ, ਤੇ ਹਿਰਨ ਉਹਦੀ ਸੁਗੰਧ ਨੂੰ ਪਹਿਚਾਨ ਲੈਂਦਾ, ਤੇ ਇਸ ਕਰਕੇ ਉਹਦਾ ਸ਼ਿਕਾਰ ਨਹੀਂ ਕਰ ਪਾਉਂਦਾ, ਠੀਕ ਹੈ, ਇਸ ਕਰਕੇ ਉਹ ਇਸ ਤਰ੍ਹਾਂ ਕਰਦਾ ਹੈ, ਠੀਕ ਹੈ। ਇਨ ਏ ਫਲੈਸ਼ ਹੀ ਵੁੱਡ ਇਰਪਟ ਹੁੰਦਾ ਝਪਟ ਪੈਣਾ, ਇਨ ਏ ਫਲੈਸ਼ ਇੱਕਦਮ, ਤੇ ਕੀ ਹੈ ਜਦੋਂ ਹਿਰਨ ਉਹਦੀ ਸਮੈਲ ਨੂੰ ਨਹੀਂ ਪਹਿਚਾਨ ਪਾਉਂਦਾ, ਠੀਕ ਹੈ, ਨਹੀਂ ਸੁੰਘ ਪਾਉਂਦਾ, ਤਾਂ ਉਹ ਇੱਕਦਮ ਫਲੈਸ਼ ਹੁੰਦਾ ਸਡਨਲੀ, ਤਾਂ ਅਚਾਨਕ ਕੀ ਹੈ ਉਹ ਹਿਰਨ ਦੇ ਉੱਪਰ ਝਪਟ ਪੈਂਦਾ ਹੈ। ਨਾਓ ਨੈਕਸਟ ਸਟੈਂਜਾ, ਡੀਅਰ ਹੈਡ ਨਾਟ sniffed that thick and musty smell of his which people dubbed as a tiger scent, ਤੇ ਜਿਹੜਾ ਹਿਰਨ ਹੈ sniffed ਹੁੰਦਾ ਸੁੰਘਣਾ, ਹਿਰਨ ਉਸਦੀ ਥਿਕ, ਗਹਿਰੀ, ਮਸਟੀ, ਤੇਜ਼ ਆ ਰਹੀ ਜਿਹੜੀ ਸੁਗੰਧ ਹੁੰਦੀ ਹੈ, ਠੀਕ ਹੈ, ਉਹਨੂੰ ਕੀ ਹੈ ਨਹੀਂ ਸੁੰਘ ਪਾਉਂਦਾ, ਜਿਹਨੂੰ which pupils dubbed as a tiger scent, ਜਿਹਨੂੰ ਇੱਕ ਸਪੈਸ਼ਲ ਨਾਮ ਦਿੱਤਾ ਸੀਗਾ ਲੋਕਾਂ ਨੇ, ਤੇ ਉਹ ਨਾਮ ਕੀ ਸੀਗਾ ਟਾਈਗਰ ਸੈਂਟ, ਠੀਕ ਹੈ, ਸ਼ੇਰ ਦੀ ਗੰਧ। he got the stag ਹਿਰਨ, his claw fell like a giant club, ਤੇ ਇਸ ਤਰ੍ਹਾਂ ਜਦੋਂ ਇੱਕਦਮ ਝਪਟ ਪੈਂਦਾ ਹੈਗਾ, ਠੀਕ ਹੈ, ਝਪਟ ਕੇ ਕੀ ਆ ਉਹ ਹਿਰਨ ਨੂੰ ਪਕੜ ਲੈਂਦਾ, ਠੀਕ ਹੈ, ਤੇ ਉਹਦਾ ਪੰਜਾ ਇਸ ਤਰ੍ਹਾਂ ਲੱਗਦਾ ਹੈ, his claw ਹੁੰਦੇ ਨੇ ਪੰਜੇ, ਉਹਦਾ ਪੰਜਾ ਇਸ ਤਰ੍ਹਾਂ ਲੱਗਦਾ ਹੈਗਾ ਕਿ ਜਿਵੇਂ ਇੱਕ ਰਾਖਸ਼ ਨੇ, ਕਿ ਰਾਖਸ਼ ਜਿਆਂਟ ਕਲੱਬ, ਰਾਖਸ਼ਾਂ ਦੇ ਝੁੰਡ ਨੇ ਕੀ ਹੈ ਉਹਦੇ ਉੱਪਰ ਅਟੈਕ ਕਰ ਦਿੱਤਾ ਹੋਵੇ। ਤੇ ਅਟੈਕ ਕਿਹਦੇ ਤੇ ਕਰਦਾ ਉਹ ਨੈਕ ਐਂਡ ਐਂਟਲਰ ਹੁੰਦੇ ਨੇ ਆਪਣੇ ਐਂਟਲਰ ਹੁੰਦੇ ਨੇਗੇ ਬੱਚਿਓ, ਜਾਨਵਰਾਂ ਦੇ ਜਿਹੜੇ ਸਿੰਗ ਹੁੰਦੇ ਨੇ ਉਹਨਾਂ ਨੂੰ ਐਂਟਲਰ ਕਹਿੰਦੇ ਨੇ, ਐਂਡ ਨੈਕ, ਤੇ ਕਿਹਦੇ ਤੇ ਸਿੰਗਾਂ ਨੂੰ ਪਕੜ ਲੈਂਦਾ ਤੇ ਗਰਦਨ ਤੇ ਵਾਰ ਕਰਦਾ, ਠੀਕ ਹੈ, ਸਿੰਗਾਂ ਨੂੰ ਪਕੜ ਕੇ ਇਸ ਤਰ੍ਹਾਂ ਦਬੋਚ ਲੈਂਦਾ, ਐਂਡ ਬੋਥ ਵਰ ਕ੍ਰਸ਼ਡ, ਤੇ ਦੋਵੇਂ ਕੀ ਹੋ ਜਾਂਦੇ ਕ੍ਰਸ਼ਡ ਹੋ ਜਾਂਦੇ, ਮਤਲਬ ਕਿ ਬਿਲਕੁਲ ਹੀ ਲਹੂ ਲੋਹਾਨ ਹੋ ਜਾਂਦੇ, ਠੀਕ ਹੈ। ਨਾਓ ਸ਼ੇਰੂ ਹੈਜ਼ ਗੋਨ, ਤੇ ਹੁਣ ਕੀ ਹੈ ਸ਼ੇਰੂ ਚਲਾ ਗਿਆ ਹੈ। ਨੋਟ ਐਨੀ ਮੋਰ ਡੂ ਪੀਪਲ ਫੀਅਰ ਹਿਸ ਡੈਡਡ ਸਪੋਰ, ਹੁਣ ਕੀ ਹੈ ਲੋਕਾਂ ਨੂੰ ਉਹਦੀ ਜਿਹੜੀ ਸੁਗੰਧ, ਲੋਕਾਂ ਨੂੰ ਕੀ ਹੈ ਉਹਦਾ ਸਾਹਮਣਾ, ਉਹਦਾ ਕੋਈ ਡਰ ਨਹੀਂ ਰਿਹਾ, ਠੀਕ ਹੈ। ਪਗ ਮਾਰਕਡ ਔਨ ਦਾ ਫੋਰੈਸਟ ਫਲੋਰ, ਹਾਲੇ ਵੀ ਕੀ ਆ ਉਹਦੇ ਜਿਹੜੇ ਪੈਰਾਂ ਦੇ ਨਿਸ਼ਾਨ ਨੇ, ਪਗ ਮਾਰਕਡ ਪੈਰਾਂ ਦੇ ਨਿਸ਼ਾਨ ਨੇ ਜਿਹੜੇ ਜੰਗਲ ਵਿੱਚ ਵੇਖੇ ਜਾ ਸਕਦੇ ਨੇਗੇ। ਨਾਓ ਨੈਕਸਟ ਸਟੈਂਜਾ, grief and fear started competing in Razia's heart with Sheru gone, ਸ਼ੇਰੂ ਦੇ ਚਲੇ ਜਾਣ ਦੇ ਨਾਲ ਰਜ਼ੀਆ ਦੇ ਦਿਲ ਵਿੱਚ ਜਿਹੜਾ ਦੁੱਖ ਹੈ, ਡਰ ਹੈ, ਉਹ ਕੀ ਹੈ ਪੈਦਾ ਹੋ ਜਾਂਦਾ ਹੈ। will the Hyans haunt her cubs, ਕਿ 12 ਸਿੰਘੇ ਆ ਕੇ
ਕਿਤੇ ਉਹਨਾਂ ਦੇ ਜਿਹੜੇ ਬੱਚੇ ਨੇ ਉਹਦਾ ਸ਼ਿਕਾਰ ਨਾ ਕਰ ਲੈਣ। ਕੈਨ ਸ਼ੀ ਲੀਵ ਦ ਲਿਟਲ ਵਨਸ ਅਲੋਨ, ਕੀ ਉਹ ਆਪਣੇ ਛੋਟੇ ਬੱਚਿਆਂ ਨੂੰ ਉਹ ਇਕੱਲੇ ਛੱਡ ਕੇ ਜਾ ਸਕਦੀ ਹੈ। ਵੈਨ ਸ਼ੀ ਗੋਜ਼ ਹੰਟਿੰਗ ਫਲੈਸ਼ ਐਂਡ ਬੋਨ, ਜਦੋਂ ਉਹ ਮਾंस ਅਤੇ ਹੱਡੀਆਂ ਦਾ ਸ਼ਿਕਾਰ ਕਰਨ ਜਾਵੇਗੀ ਤਾਂ ਕੀ ਉਹ ਆਪਣੇ ਬੱਚਿਆਂ ਨੂੰ ਇਕੱਲੇ ਛੱਡ ਕੇ ਜਾ ਸਕਦੀ ਹੈ। ਦ ਟਾਈਗਰ ਰਜ਼ੀਆ ਲਿਵਸ ਇਨ ਫੀਅਰ, ਤੇ ਜਿਹੜੀ ਟਾਈਗਰ ਰਜ਼ੀਆ ਹੈ, ਠੀਕ ਹੈ, ਉਹ ਡਰ ਦੇ ਵਿੱਚ ਆਪਣਾ ਜੀਵਨ ਹੈ ਜਿਹੜਾ ਬਿਤਾਉਂਦੀ ਹੈ। ਗ੍ਰੇਟਰ ਡਰੈਡ, ਇੱਕ ਹੋਰ ਵੀ ਵੱਡਾ ਜਿਹੜਾ ਡਰ ਹੈ ਉਹ ਕੀ ਹੈ। ਵੈਨ ਵਿਲ ਅਗੇਨ, ਕਿ ਕਦੇ ਕਿਤੇ ਸ਼ਿਕਾਰੀ ਦੁਬਾਰਾ ਕਦੇ ਉਹ ਦੁਬਾਰਾ ਨਾ ਆ ਜਾਣਗੇ, ਦੁਬਾਰਾ ਤੇ ਨਹੀਂ ਆ ਜਾਣਗੇ। ਕੌਣ? ਦ ਪੋਚਰਸ ਵਿਦ देयर ਗਨਸ ਅਪੀਅਰ, ਠੀਕ ਹੈ, ਕਿਤੇ ਕੀ ਹੈ ਜਿਹੜੇ ਸ਼ਿਕਾਰੀ ਨੇ ਉਹ ਆਪਣੀਆਂ ਬੰਦੂਕਾਂ ਲੈ ਕੇ ਦੁਬਾਰਾ ਤਾਂ ਨਹੀਂ ਆ ਜਾਣਗੇ ਉਹਨਾਂ ਦਾ ਸ਼ਿਕਾਰ ਕਰਨ, ਠੀਕ ਹੈ। ਇਸ ਦੁੱਖ ਦੇ ਵਿੱਚ ਕੀ ਹੈ, ਰਜ਼ੀਆ ਆਪਣਾ ਜਿਹੜਾ ਜੀਵਨ ਹੈ ਉਹ ਬਿਤਾਉਂਦੀ ਹੈ। ਆਈ ਹੋਪ ਯੂ ਕਲੀਅਰ ਦਿਸ ਪੁਆਇੰਟ। ਸਟੂਡੈਂਟਸ, we do its objective type question. First objective type question is Razia the tigress has dash cubs. किन्ने cubs ਸੀ ਉਹਦੇ? 2 3 4 5. You all read the poem and you have to know it. How much? How many? 2. ठीक है, यहाँ पर ਇਹਦੇ ਵਿੱਚ ਵੀ ਕੀ ਕਰ ਸਕਦੇ ਹਾਂ, fill ਕਰ ਸਕਦੇ ਹਾਂਗੇ 2 cubs. Next है शेरू was an expert on किहदे विच expert सी? hunting दे विच, winds, racing या aiming at birds, किहदे च सी? winds दे विच। clear? ठीक है। नेक्स्ट है अपना क्वेश्चन, रजिया was not afraid of poachers। not afraid, नहीं डरदी सी ਉਹ poachers शिकारियों ਤੋਂ। कि रजिया नहीं डरदी सी ना, तो ये स्टेटमेंट अपनी की होगी? फॉल्स। दैट इज फॉल्स। आंसर इज फॉल्स। क्लियर? नाउ वी विल डू इट्स सेंट्रल आइडिया। द सेंट्रल आइडिया ऑफ दिस पोएम। व्हाट इज द सेंट्रल आइडिया? मेन आइडिया की है इस पोएम का, वो मैं तुहानू मैसेज के थ्रू पहला भी समझा चुकी हाँ, हुण आपां रिटन दे विच करदे हां। ठीक है। दिस पोएम is written by K.K. M. Daruwala. This line is the same as the previous one. This is a good poem. ਇਹ ਬਹੁਤ ਹੀ ਵਧੀਆ poem ਹੈ। It gives a very good message. ਇਹ ਸਾਨੂੰ ਬਹੁਤ ਵਧੀਆ ਮੈਸੇਜ ਹੈ ਜਿਹੜਾ ਦਿੰਦੀ ਹੈ। The poem brings out the danger to our wildlife and natural resources. Wildlife ਜੰਗਲੀ ਜੀਵਨ, natural resources ਕੀ ਹੁੰਦਾ ਹੈ? ਕੁਦਰਤੀ ਸਾਧਨ। ਜਿਹੜੀ ਇਹ poem ਕੀ ਦਿਖਾਉਂਦੀ ਹੈ ਸਾਨੂੰ? ਸਾਡੀ ਜੰਗਲੀ ਜੀਵਨ ਅਤੇ ਕੁਦਰਤੀ ਸਾਧਨਾਂ ਨੂੰ ਜੋ ਖਤਰਾ ਪੈਦਾ ਹੋ ਰਿਹਾ ਉਹਨੂੰ ਸ਼ੋ ਕਰ ਰਹੀ ਹੈ। ਠੀਕ ਹੈ, ਉਹਦੇ ਬਾਰੇ ਦੱਸ ਰਹੀ ਹੈ। ਮੈਨ ਹੈਜ਼ ਬੀਨ ਕਟਿੰਗ ਦ ਟਰੀਜ਼ ਐਂਡ ਕਿਲਿੰਗ ਦ ਐਨੀਮਲਸ ਫॉर ਹਿਸ ਸੈਲਫਿਸ਼ਨੈਸ। ਜਿਹੜਾ ਮਨੁੱਖ ਹੈ ਉਹ ਕੀ ਕਰ ਰਿਹਾ ਹੈ? ਆਪਣੀ ਸਵਾਰਥਪਨ ਦੇ ਲਈ, ਆਪਣੇ ਸਵਾਰਥ ਦੇ ਲਈ ਕੀ ਕਰ ਰਿਹਾ? ਉਹ ਸਾਡੇ ਦਰਖਤ ਨੇ ਜਿਹੜੇ ਉਹਨਾਂ ਨੂੰ ਕੱਟ ਰਿਹਾ ਹੈ ਐਂਡ ਜਾਨਵਰਾਂ ਨੂੰ ਕੀ ਕਰ ਰਿਹਾ? ਮਾਰ ਰਿਹਾ, ਉਹਨਾਂ ਦਾ ਸ਼ਿਕਾਰ ਕਰ ਰਿਹਾ। Thus, poor wild animals live in the danger of poachers and hunter or hunter। ठीक है, ਇੱਥੇ ਤੁਸੀਂ poacher ਜਾਂ hunter ਦੇ ਵਿੱਚੋਂ ਕੋਈ ਜਿਹੜਾ ਵੀ ਵਰਡ ਤੁਹਾਨੂੰ ਸੌਖਾ ਲੱਗਦਾ ਉਹ ਲਿਖ ਸਕਦੇ ਹੋ। ਦੋਵਾਂ ਦਾ ਇੱਕੋ ਹੀ ਮੀਨਿੰਗ ਹੈ, ਸ਼ਿਕਾਰੀ। ਠੀਕ ਹੈ, ਕੀ ਹੈ ਇਸ ਤਰ੍ਹਾਂ ਕੀ ਜਿਹੜੀ ਸਾਡੇ ਗਰੀਬ ਵਿਚਾਰਾ ਜੰਗਲੀ ਜੀਵਨ, ਜੰਗਲੀ ਜਾਨਵਰ ਨੇਗੇ, ਉਹ ਕੀ ਕਾਹਦੇ ਚ ਡੇਂਜਰ ਦੇ ਵਿੱਚ, ਖਤਰੇ ਦੇ ਵਿੱਚ ਰਹਿ ਰਿਹਾ। ਉਹ ਖਤਰਾ ਕਾਹਦਾ ਹੈ? ਸ਼ਿਕਾਰੀਆਂ ਦਾ, ਕਿ ਕਿਤੇ ਸ਼ਿਕਾਰੀ ਆ ਕੇ ਉਹਨਾਂ ਨੂੰ ਮਾਰ ਨਾ ਦੇਣ, ਉਹਨਾਂ ਦਾ ਸ਼ਿਕਾਰ ਨਾ ਕਰ ਲੈਣ। ਐਨੀਮਲਸ ਆਰ ਆਵਰ ਫਰੈਂਡ। ਤਾਂ ਮੈਸੇਜ ਕੀ ਹੈ? ਐਨੀਮਲਸ ਕੀ ਨੇ? ਸਾਡੇ ਮਿੱਤਰ ਹੀ ਹੁੰਦੇ ਨੇਗੇ। ਵੀ ਸ਼ੁੱਡ ਨਾਟ ਕਿਲ them, ਸਾਨੂੰ ਉਹਨਾਂ ਨੂੰ ਮਾਰਨਾ ਨਹੀਂ ਚਾਹੀਦਾ। ਕਲੀਅਰ? ਯੂ ਅੰਡਰਸਟੈਂਡ all this poem, central idea and objective type questions. And if you any problem, you can comment me in the comment box. If you any problem, then tell me. I will give answer you. I hope you like my way of teaching and enjoy my videos and study with interest at your home. Thank you.